लोग जाने ही गीत है, लोग जाने ही गीत है। ये तो ब्रह्म विचार, ये तो ब्रह्म विचार। लोग जाने ही गीत है, लोग जाने ही गीत है, लोग जाने ही गीत है। गुरु जी का खालसा वाहिगुरु जी की फतेह। अंग है 488। ਹੁਣ ਤੱਕ ਬਾਬਾ ਫਰੀਦ ਜੀ ਦਾ ਇੱਕ ਸ਼ਬਦ ਸੰਪੂਰਨ ਹੋਇਆ ਹੈ। ਆਸਾ ਬੋਲੇ ਸ਼ੇਖ ਫਰੀਦ ਪਿਆਰੇ ਅੱਲੇ ਲੱਗੇ, ਇਹ ਤਨ ਹੋਸੀ ਖਾਕ ਨਿਮਾਣੀ ਗੌਰ ਕਰੇ। ਹਾਂਜੀ। आसा बोले शेख फरीद, प्यारे अल्लाह लगे, प्यारे अल्लाह लगे, एह तन होसी खाक, निमाणी गौर करे। आज मिलावा शेख फरीद, आज मिलावा शेख फरीद। टाकम कुंजड़ियाँ मनहोम चंदड़ियाँ, टाकम कुंजड़ियाँ मनहोम चिंदड़ियाँ। रहाओ आसा बोले शेख फरीद प्यारे अल्लाह लगे। बाबा फरीद जी उपदेश करते ने मन नूं, ऐ प्यारिया अल्लाह नाल जुड़ जा, उस परमात्मा नाल रब नाल जुड़ना कर। ये तन होसी खाक निमाणी गौर करे। ये जिहड़ा तन दा तूं मान पिया करदा है ना, ये खाक हो जाएगा। उस विचारी गौर कहते कब्र दे घर विच जाके ये मिट्टी नाल मिल जाएगा। बस ये तो मिट्टी नाल जा मिलना है कब्र विच जाके। आज मिलावा शेख फरीद टाकम कुंजड़ियाँ मनो मन चिंदड़ियाँ। इत्थे महाराज समझाउंदे ने, आज मिलावा शेख फरीद, ऐ शेख फरीद आज, आज मीन हुण ये मनुखा जन्म विच ही तेरा मिलावा हो सकता है, मिलाप हो सकता है। टाकम कूंजड़ियाँ, ये जड़ियाँ तेरियां इंद्रियां रूपी कूंजां ने ना, इन्हां नूं रोक के रख। टाकम हुंदा वर्जना, काबू विच करना। मनो मचिंदड़ियाँ, जड़ियाँ कि मन ने भटका दित्तियां, मन ने इन्हां नूं भटकाया होया पूरी तरह। इहदी भटकना रोक। तेरा अज ही इस मनुखा जन्म विच ही तेरा उस मालक नाल मिलाप हो सकता है। तरीका दस्सिया महाराज ने कि इन्हां कूंजणां नूं, इन्हां ज्ञान इंद्रियां नूं मन दे पिछे लगणों रोक दे, रोक लै इन्हां नूं इत्थे। हांजी। जे जाना मर जाइए, जे जाना मर जाइए, कुम न आइए, घुम न आइए। झूठी दुनिया लग, झूठी दुनिया लग, ना आप वंजाइए, ना आप बंजाइए। जे जाना मर जाइए घुम ना आइए। जे ये जान लईए, समझ आ जाए सानू कि मर के मुड़ के वापस नहीं आना, तो ना ही कोई आया। बस इन्नी गल जो समझ आ गई, झूठी दुनिया लग ना आप बंझाइए। इस करके फिर कहते उदों बंदे नूं जो समझ आ गई कि इत्थे नहीं आना मुड़ के, फिर झूठी दुनिया के पिछे लग के तो मारे कहने अपना आप क्यों गवाइए।
ਭਾਵ ਆਪਣੇ ਗੁਣਾਂ ਨੂੰ ਕਿਉਂ ਗਵਾਈਏ, ਆਪਣਾ ਸਮਾਂ ਬਰਬਾਦ ਫਿਰ ਕਿਉਂ ਕਰੀਏ, ਕਿਉਂਕਿ ਜਿੰਨੀ ਚੱਲਣ ਜਾਣੇ ਆ ਸੋ ਕਿਉਂ ਕਰੇ ਵਿਥਾਰ। ਉਹ ਫਿਰ ਖਲਾਰਾ ਪਾਉਣੋਂ ਬੰਦ ਕਰ ਦਿੰਦੇ ਨੇ ਆਪਣਾ। ਜਿਨ੍ਹਾਂ ਨੇ ਜਾਣ ਲਿਆ ਨਾ ਕਿ ਅਸੀਂ ਜਾਣਾ ਹੈ, ਉਹ ਫਿਰ ਮਹਿਮਾਨਾਂ ਵਾਂਗੂ ਸੰਸਾਰ ਵਿੱਚ ਰਹਿੰਦੇ ਨੇ। ਹਾਂਜੀ। ਬੋਲੀਏ ਸੱਚ ਧਰਮ, ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ, ਝੂਠ ਨਾ ਬੋਲੀਏ, ਜੋ ਗੁਰ ਦੱਸੈ ਬਾਟ, ਜੋ ਗੁਰ ਦੱਸੈ ਵਾਟ, ਮੁਰੀਦਾ ਜੋਲੀਏ, ਮਰੀਦਾਂ ਜੋਲੀਏ। ਫਿਰ ਮਹਾਰਾਜ ਕਹਿੰਦੇ ਕੀ ਕਰਨਾ ਚਾਹੀਦਾ ਸਾਨੂੰ। ਬਾਬਾ ਫਰੀਦ ਜੀ ਅਗਲੀ ਗੱਲ ਕਰਦੇ ਨੇ, ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ, ਜੋ ਗੁਰੂ ਦੱਸੈ ਵਾਟ, ਮੁਰੀਦਾਂ ਜੋਲੀਏ। ਕਹਿੰਦੇ ਸੱਚ ਬੋਲਣਾ ਚਾਹੀਦਾ, ਸੱਚ ਦੇ ਰਸਤੇ ਤੁਰਨਾ ਚਾਹੀਦਾ, ਇਹ ਧਰਮ ਹੈ। ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ। ਇਸ ਕਰਕੇ ਝੂਠ ਦਾ ਰਸਤਾ ਛੱਡ, ਝੂਠ ਨਾ ਬੋਲ, ਛੱਡ ਦੇ ਤਿਆਗ ਇਹਨੂੰ। ਜੋ ਗੁਰ ਦੱਸੈ ਬਾਟ, ਜਿਹੜਾ ਗੁਰੂ ਨੇ ਰਸਤਾ ਦੱਸਿਆ ਨਾ, ਤੇ ਮਰੀਦਾਂ ਨੂੰ, ਮਰੀਦ ਭਾਵ ਚੇਲਿਆਂ ਨੂੰ, ਸੇਵਕਾਂ ਨੂੰ, ਉਹਨੂੰ ਜੋਲੀ ਹੈ। ਜੋਲਣਾ ਭਾਵ ਉਹ ਰਸਤੇ ਤੇ ਚੱਲਣਾ ਚਾਹੀਦਾ ਹੈ। ਜੋ ਗੁਰੂ ਨੇ ਆਖੇ ਨਾ, ਜੋ ਗੁਰੂ ਕਹੈ ਸੋਈ ਭਲ ਮਾਨੋ, ਉਹਨੂੰ ਫਿਰ ਭਲਾ ਭਲਾ ਕਰਕੇ ਮੰਨ ਲੈਣਾ ਚਾਹੀਦਾ ਹੈ। ਜੋ ਗੁਰੂ ਨੇ ਬਾਣੀ ਸਾਨੂੰ ਕਹਿੰਦੀ ਹੈ ਉਹਦੇ ਮੁਤਾਬਕ ਆਪਣਾ ਜੀਵਨ ਜਿਉਣਾ ਕਰੋ, ਇਹ ਹੀ ਸੱਚਾ ਧਰਮ ਹੈ। ਹਾਂਜੀ। ਸ਼ੈਲ ਲੰਘੰਦੇ ਪਾਰ, ਸ਼ੈਲ ਲੰਘੰਦੇ ਪਾਰ, ਗੋਰੀ ਮਨ ਧੀਰਿਆ, ਗੋਰੀ ਮਨ ਧੀਰਿਆ, ਕੰਚਨ ਬੰਨੇ ਪਾਸੇ, ਕੰਚਨ ਬੰਨੇ ਪਾਸੇ, ਕਲਵਤ ਚੀਰਿਆ, ਕਰਵਤ ਚੀਰਿਆ। ਸ਼ੈਲ ਲੰਘੰਦੇ ਪਾਰ, ਗੋਰੀ ਮਨ ਧੀਰਿਆ। ਕਿਨੇ ਜਦੋਂ ਇਸ ਤਰ੍ਹਾਂ, ਸ਼ੈਲ ਦਾ ਮਤਲਬ ਗੱਭਰੂ ਜਵਾਨ, ਜਿਹੜੇ ਉਸ ਪਰਮਾਤਮਾ ਨਾਲ ਜੁੜੇ ਹੋਏ, ਉਹਨਾਂ ਨੂੰ ਵੇਖਿਆ ਗੁਰਮੁਖ ਪਿਆਰਿਆਂ ਨੂੰ ਇਸ ਤਰ੍ਹਾਂ ਪਾਰ ਹੁੰਦੇ ਸੰਸਾਰ ਸਾਗਰ ਤੋਂ, ਤਾਂ ਇਸ ਜੀਵਾਤਮਾ ਦਾ ਭਾਵ, ਜਿਹੜੀ ਇੱਥੇ ਗੋਰੀ ਮਨ ਧੀਰਿਆ ਤੋਂ ਭਾਵ ਇੱਕ ਐਸੀ ਔਰਤ ਦਾ ਜਿਹੜੀ ਕਿ ਡਰੀ ਹੋਈ ਹੈ। ਪਹਿਲਾਂ ਇਹ ਜੀਵਾਤਮਾ ਡਰੀ ਹੋਈ ਸੀ, ਕਹਿੰਦੇ ਉਹਨਾਂ ਨੂੰ ਵੇਖ ਕੇ ਉਹਦੇ ਮਨ ਵਿੱਚ ਵੀ ਧੀਰ ਜਾ ਗਿਆ, ਉਹਦੇ ਮਨ ਵਿੱਚ ਵੀ ਧੀਰ ਜਾ ਗਿਆ ਕਿ ਨਹੀਂ, ਜਦ ਇਹ ਲੰਘ ਸਕਦੇ ਨੇ ਫਿਰ ਅਸੀਂ ਕਿਵੇਂ ਨਹੀਂ ਲੰਘ ਸਕਦੇ, ਕਿਉਂਕਿ ਅਸੀਂ ਪਹਿਲੇ ਹੱਥੇ ਖੜ੍ਹ ਕੇ ਕਰਦੇ ਨਾ ਜੀ, ਇਹ ਤਾਂ ਉਹੀਓ ਕਰ ਸਕਦੇ ਸੀ, ਅਸੀਂ ਕਿਉਂ ਨਹੀਂ ਕਰ ਸਕਦੇ, ਅਸੀਂ ਕਿਉਂ ਨਹੀਂ ਕਰ ਸਕਦੇ। ਬਾਣੀ ਪ੍ਰਭ ਕੀ ਸਭ ਕੋ ਬੋਲਾ ਹੈ, ਇਹ ਬਾਣੀ ਸਾਰਿਆਂ ਲਈ ਹੈ। ਜਿਹਦੇ ਉੱਤੇ ਵੀ ਗੁਰੂ ਕਿਰਪਾ ਕਰਦਾ, ਬਖਸ਼ਿਸ਼ ਕਰਦਾ, ਜਿਹੜੇ ਬਾਣੀ ਨਾਲ ਜੁੜਦੇ ਨੇ ਉਹ ਗੁਰੂ ਵਰਗੇ ਹੋ ਜਾਂਦੇ ਨੇ, ਉਹ ਬਾਣੀ ਨਾਲ ਜੁੜ ਕੇ ਸੰਸਾਰ ਸਾਗਰ ਤੋਂ ਪਾਰ ਹੋ ਜਾਂਦੇ। ਜਦੋਂ ਇਹ ਗੱਲ ਸਮਝ ਆ ਗਈ, ਯਕੀਨ ਆ ਗਿਆ, ਕਹਿੰਦੇ ਗੋਰੀ ਮਨ ਧੀਰਿਆ, ਕੰਚਨ ਬੰਨੇ ਪਾਸੇ, ਕਰਵਤ ਚੀਰਿਆ। ਇੱਥੇ ਹੁਣ ਮਹਾਰਾਜ ਕਹਿੰਦੇ ਕਲਵਤ ਚੀਰਿਆ। ਇੱਥੇ ਕਲਵਤ ਜਿਹੜਾ ਸ਼ਬਦ ਵਰਤਿਆ ਹੈ, ਮਹਾਰਾਜ ਨੇ ਕਹਿੰਦੇ ਭਾਈ ਕੰਚਨ ਬੰਨੇ ਪਾਸੇ, ਸੋਨੇ ਵਰਗੇ, ਅੱਖਰੀ ਅਰਥ ਕਰਦੀ ਹੈ ਕਿ ਸੋਨੇ ਵਰਗੇ ਸਰੀਰ ਸੀ ਜਿਹੜੇ ਕਲਵਤ ਨਾਲ ਪਾਸੇ ਚੀਰੇ ਗਏ, ਭਾਵ ਆਪਣੇ ਆਪ ਨੂੰ ਸੰਭਾਲ ਕੇ ਰੱਖਣ ਵਾਲੇ ਇਸ ਸਰੀਰ ਨੂੰ ਮਾਇਆ ਨਾਲ ਜਿਨ੍ਹਾਂ ਨੇ ਜੋੜਿਆ ਹੋਇਆ ਸੀ, ਕਹਿੰਦੇ ਉਹਨਾਂ ਨੇ ਚੀਰ ਦਿੱਤਾ, ਪਾਰ ਹੋ ਗਿਆ। ਹੁਣ ਉਹ ਚੀਜ਼ ਨੂੰ ਪਾਰ ਕਰਕੇ ਨਿਕਲ ਗਏ, ਕਿਉਂਕਿ ਕਿਸ ਚੀਜ਼ ਨੂੰ ਜਦੋਂ ਪਾਰ ਕਰਨਾ ਹੁੰਦਾ ਹੈ ਤਾਂ ਸਰੀਰ ਦਾ ਵੀ ਯੋਗਦਾਨ ਪੂਰਾ ਹੈ ਸਾਡੇ ਦਾ। ਜਿੱਥੇ ਸਾਡੇ ਮਨ ਦਾ, ਆਤਮਾ ਦਾ, ਉੱਥੇ ਸਾਡੇ ਸਰੀਰ ਦਾ ਵੀ ਨਾਲ ਯੋਗਦਾਨ ਹੁੰਦਾ ਹੈ, ਕਿਉਂਕਿ ਸਾਡੀ ਆਤਮਾ, ਸਾਡਾ ਮਨ ਜਦੋਂ ਕਿਸੇ ਪਾਸੇ ਨੂੰ ਤੁਰਦਾ ਤਾਂ ਸਰੀਰ ਦੁਆਰਾ ਹੀ ਕਰਮ ਕਰਦੇ ਹਾਂ। ਅਸੀਂ ਜੋ ਵੀ ਕਰਦੇ ਹਾਂ, ਚਾਹੇ ਚੰਗਾ ਕਰਦੇ ਹਾਂ ਜਾਂ ਮਾੜਾ ਕਰਦੇ ਹਾਂ, ਕਿਉਂਕਿ ਝੂਠ ਵਾਲੇ ਪਾਸੇ ਤੋਂ ਜਦੋਂ ਤੁਰਨਾ ਹੈ, ਆਪਣੇ ਆਪ ਨੂੰ ਸੰਭਾਲ ਕੇ ਰੱਖਿਆ ਸੀ ਜਿਹੜਾ ਸਰੀਰ ਨੂੰ, ਕਹਿੰਦੇ ਹੁਣ ਉਹ ਚੀਰਿਆ ਤੋਂ ਭਾਵ ਹੈ ਹੁਣ ਉਹ ਸਹੀ ਪਾਸੇ ਲਾ ਦਿੱਤਾ, ਉਹ ਪ੍ਰਮਾਤਮਾ ਵਾਲੇ ਪਾਸੇ ਨੂੰ, ਸਿੱਧੇ ਪਾਸੇ ਨੂੰ, ਔਖਾ ਰਸਤਾ ਸੀ ਜਿਹੜਾ, ਉਸ ਪਾਸੇ ਨੂੰ ਚਲਿਆ ਗਿਆ। ਹੁਣ ਇਹ ਮਨ ਚੀਰਿਆ ਗਿਆ ਹੈ। ਇਹ ਕਰਵਤ ਤੋਂ ਭਾਵ ਹੈ ਕਿ ਉਹ ਅੰਗ ਨੂੰ ਸਾਰੇ ਚੀਰੇ ਜਾਂਦੇ ਤੋਂ ਭਾਵ ਕੀ ਹੈ ਕਿ ਉਹਦਾ ਅੰਗ ਚੀਰਨ ਤੋਂ ਭਾਵ ਹੈ ਅੱਖਾਂ ਚੀਰੀਆਂ ਗਈਆਂ, ਕੰਨ ਚੀਰੇ ਗਏ, ਜ਼ੁਬਾਨ ਚੀਰੀ ਗਈ। ਇਹ ਬੜੇ ਡੂੰਘੇ ਅਰਥ ਬਣਦੇ ਨੇ ਇਹਨਾਂ ਦੇ ਕਿ ਹੁਣ ਪਹਿਲਾਂ ਇਹ ਜ਼ੁਬਾਨ ਜਿਹੜੀ ਸੀ ਫਟ ਬੋਲਦੀ ਸੀ, ਮੂੰਹ ਫਟ ਜੋ ਆਇਆ ਬੋਲੀ ਜਾਂਦੀ, ਕਿ ਹੁਣ ਚੀਰੀ ਗਈ, ਹੁਣ ਇਹ ਸੋਚ ਕੇ ਬੋਲਦੀ ਹੈ। ਹੁਣ ਇਹ ਕੰਨ ਨਿੰਦਿਆ ਸੁਣਨ ਨੂੰ ਹਟ ਗਏ, ਇੱਕ ਅੱਖਾਂ ਜਿਹੜੀਆਂ ਫੜ ਵੇਖਦੀਆਂ ਸਨ, ਕਹਿੰਦੇ ਹੁਣ ਉਹ ਹਟ ਗਈਆਂ।
ਇਸੇ ਕਰਕੇ ਉਹਨਾਂ ਦੇ ਅੰਗ ਚੀਰਨ ਤੋਂ ਭਾਵ ਬੜੀ ਡੂੰਘੀ ਅਵਸਥਾ 'ਚ ਸਾਨੂੰ ਲੈ ਗਏ ਕਿ ਉਹਨਾਂ ਨੇ ਆਪਣੇ ਆਪ ਨੂੰ ਚੀਰ ਲਿਆ, ਭਾਵ ਉਹਨਾਂ ਸ਼ੈਲ ਨਿਹੰਗਦਿਆਂ ਨੂੰ, ਭਾਵ ਗੁਰਮੁਖਾਂ ਨੂੰ ਪਾਰ ਹੁੰਦਿਆਂ ਵੇਖ ਕੇ ਉਹਨਾਂ ਨੇ ਵੀ ਆਪਣੇ ਤਨ ਨੂੰ ਸੰਭਾਲ ਕੀਤੀ ਪੂਰੀ ਤਰ੍ਹਾਂ। ਹਾਂਜੀ। ਸ਼ੇਖ ਹਯਾਤੀ ਜਗ, ਸ਼ੇਖ ਹਯਾਤੀ ਜਗ, ਨਾ ਕੋਈ ਥਿਰ ਰਹਿਆ, ਨਾ ਕੋਈ ਥਿਰ ਰਹਿਆ, ਜਿਸ ਆਸਣ ਹਮ ਬੈਠੇ, ਜਿਸ ਆਸਨ ਹਮ ਬੈਠੇ, केते बैस गया, केते बैस गया। शेख हयाती जग ना कोई थिर रहया, जिस आसन हम बैठे केते बैस गया। बाबा फरीद जी कहते कि हे शेख, इत्थे इस संसार विच कोई भी लंबी उम्र जिन्नी मर्जी होवे कहने कायम नहीं रहा कोई। बुढ़ा होआ शेख फरीद कंबन लगी दे, जे 100 वरियां जीवना ही तन होसी खे। नहीं, इत्थे कोई भी नहीं रहा। जिस आसन हम बैठे, जिहड़े स्थान ते अज असीं बैठे हैं ना, इत्थे कई आके चले गए ने। जिस आसन हम बैठे केते बैस गया, इत्थे पहलां भी कई आके चले गए। कहने कल्ला तू ही नहीं आया इत्थे पहली बारी। कहण तो भाव ये दुनिया स्थिर नहीं है। हाँ जी। कतक कूंजा चेत डो, कतक कूंजा चेत, सावण बिजलियां, सावण बिजलियां, सियाले सोहंदियां, सियाले सोहंदियां, फिर गल बाहड़ियां, फिर गल बाहड़ियां। महाराज ने उदाहरण दिती, महीनों के उदाहरण दे के समझाया कि कतक कूंजा चेत डो, जिस तरह कतक के महीने विच कूंजा आउंदियां ने, वो भी स्थिर नहीं, आउंदियां ते चलियां जांदियां ने। चेत डो, चेतर के महीने विच आपां वेखदे हां कि अग लग जांदी जंगलां 'च। सावण बिजलियां, ते साउण के महीने 'च बिजलियां चमकदियां ने। भाव जिंदगी के रौ नाल त्यों ज्यों बंदा अगे नूं जांदा है, ये दुनिया च बदलाव शरीर विच भी, मन विच भी, विचारां विच भी ये बदलाव आउंदे ने। सारा समा इक्को जिहा नहीं हुंदा। सियाले सोहंदियां फिर गल बाहड़ियां, सियाले सियालां विच कहने जिस तरह चंगा लगदा है अपने मालिक दे गल विच बाहां पाउणियां, कहने इस तरह उदाहरण दे के समझाई कि आ जिहड़ा सियाल तो भाव है कि रातां लंबियां ने, ये जीवन रूपी रात लंबी है, ते तेरियां बाहां तेरे हत्थ वो मालिक नाल जुड़े होने चाहिए ने, अपने प्यारे नाल। ये तां सोहणियां लगदियां ने, ये जीवन रूपी रात तां ही चंगी लगदी है। हाँ जी। चले चलन हार, चले चलन हार, विचारां ले मनो, विचारा ले मनो, गंढेंदियां छे माह, गंढेंदियां छे माह, तोड़ंदियां हिक खिनो, चले चलन हार, विचारा ले मनो। कहने मन विच विचार करके वेख, ये संसार तो दुनिया जा रही है, स्थिर कोई भी नहीं है तेरे सामने ही। फरीदा कित्थे तैंडे मापियां जिन्नी तू जने हो, तैं पासों ये लद गए तू तू अजे ना पतीणे हो। इत्थे भी मगर वेख, मन च विचार करके वेख, गंढेंदियां छे माह, तोड़ंदियां हिक खिनो। ये शरीर नूं बनदियां बनदियां 6 महीने लगदे ने माता दे पेट विच। कहंदे जदों टुटदा ते एक खिन सकिंट विच जदों जान निकलदी सारा कुछ खत्म हो जांदा उसे वेले। हाँ जी। जिमी पुछै आसमान, जिमी पुछै आसमान, फरीदा खेवट किन गए, फरीदा खेवट किन गए, जालण गोरा नाल, नालण गोरा नाल, गुलामे जी सहे, गुलामे जी
ਸਹੇ। ਜਿਮੀ ਪੁੱਛੈ ਅਸਮਾਨ ਫਰੀਦਾ ਖੇਵਟ ਕਿਨ ਗਏ। ਬਾਬਾ ਫਰੀਦ ਜੀ ਨੇ ਇੱਕ ਸਵਾਲ ਖੜਾ ਕੀਤਾ ਕਿ ਜਿਹੜੇ ਆਪਣੇ ਆਪ ਨੂੰ ਖੇਵਟ ਮਲਾਹ ਆਗੂ ਖਵਾਉਂਦੇ ਸਨ, ਬੜੇ ਬੜੇ ਵੱਡੇ ਧਰਮ ਦੇ ਠੇਕੇਦਾਰ ਖਵਾਉਂਦੇ ਸਨ, ਕਹਿੰਦੇ ਕਿੱਧਰ ਗਏ? ਸਵਾਲ ਖੜਾ ਕੀਤਾ ਕਿ ਜਿਮੀ ਪੁੱਛੈ ਅਸਮਾਨ, ਜ਼ਮੀਨ ਪੁੱਛਦੀ ਹੈ ਅਸਮਾਨ ਨੂੰ ਕਿ ਇਹ ਅਸਮਾਨ ਤੂੰ ਤੇ ਚਾਰੇ ਪਾਸੇ ਫੈਲਿਆ ਦੂਰ ਤੱਕ ਸਾਰੀ ਸ੍ਰਿਸ਼ਟੀ ਦੇ ਉੱਤੇ, ਕਹਿੰਦੇ ਵੇਖ ਸਾਨੂੰ ਦੱਸ, ਕਿਉਂਕਿ ਧਰਤੀ ਦਾ ਤੇ ਆਪਣਾ ਗਲੋਬਲ ਹੈ, ਉਹਦਾ ਆਪਣਾ ਕੋਈ ਦਾਇਰਾ ਹੈ, ਪਰ ਅਸਮਾਨ ਦਾ ਤੇ ਕੋਈ ਦਾਇਰਾ ਨਹੀਂ ਨਾ। ਕਹਿੰਦੇ ਤੂੰ ਤੇ ਤੇਰੇ ਅੰਡਰ ਤੇ ਸਾਰਾ ਹੀ ਬ੍ਰਹਿਮੰਡ ਆਉਂਦਾ ਪੂਰਾ, ਕਿੰਨੀਆਂ ਧਰਤੀਆਂ ਤੇਰੇ ਅੰਡਰ ਆਉਂਦੀਆਂ ਨੇ, ਪਰ ਮੈਨੂੰ ਤੂੰ ਦੱਸ ਕਿ ਆਪਣੇ ਆਪ ਨੂੰ ਵੱਡੇ ਵੱਡੇ ਆਗੂ ਖਵਾਉਣ ਵਾਲੇ ਉਹ ਕਿੱਧਰ ਚਲੇ ਗਏ? ਜਿਹੜੇ ਦਮਜਗੇ ਮਾਰਦੇ ਸਨ ਕਿ ਅਸੀਂ ਪ੍ਰਮਾਤਮਾ ਨੂੰ ਮਿਲਣ ਵਾਲੇ ਹਾਂ, ਅਸੀਂ ਮਿਲਾ ਦਿੰਦੇ ਹਾਂ, ਬੜੇ ਆਗੂ ਉਹ ਚੱਲਦੇ ਸਨ, ਕਹਿੰਦੇ ਗਏ ਕਿੱਥੇ ਉਹ? ਜਾਲਣ ਗੋਰਾਂ ਨਾਲ ਉਲਾਮੇ ਜੀ ਸਹੇ। ਤੇ ਨਾਲ ਉੱਤਰ ਦਿੱਤਾ ਹੈ ਅਸਮਾਨ ਵੱਲੋਂ, ਕਹਿੰਦੇ ਅਸਮਾਨ ਉੱਤਰ ਦਿੰਦਾ ਹੈ, ਕਹਿੰਦੇ ਭਾਈ ਉਹ ਤੇ ਗੋਰਾਂ ਵਿੱਚ ਭਾਵ ਕਬਰਾਂ ਵਿੱਚ ਪਏ ਗਲ ਰਹੇ ਨੇ ਤੇ ਉਹਨਾਂ ਦੀਆਂ ਰੂਹਾਂ ਉਲਾਂਭੇ ਸਹਿੰਦੀਆਂ ਨੇ, ਭਾਵ ਉਹਨਾਂ ਦੀਆਂ ਰੂਹਾਂ ਉਹ ਤਕਲੀਫਾਂ ਸਹਿ ਰਹੀਆਂ ਨੇ। ਕਿਉਂ ਸਹਿ ਰਹੀਆਂ ਨੇ? ਵੀ ਉਹ ਆਗੂ ਬਣੇ ਹੋਏ ਸਨ ਪਰ ਪਾਰ ਕਿਸੇ ਨੂੰ ਲੰਘਾ ਨਾ ਸਕੇ, ਆਪੂ ਬਣੇ ਆਗੂ। ਕਹਿੰਦੇ ਉਹ ਇੱਥੇ ਆਗੂ ਦਾ ਕੋਈ ਮਤਲਬ ਨਹੀਂ ਹੈ। ਆਗੂ ਤੋਂ ਭਾਵ ਸੀ ਕਿ ਜਿਹੜੇ ਉਸ ਪ੍ਰਮਾਤਮਾ ਨਾਲ ਜੁੜੇ ਉਹ ਤੇ ਜਿਉਂਦੇ ਜੀ, ਜਿਹੜੇ ਕਿ ਸਾਨੂੰ ਦੱਸਦੇ ਹਨ ਕਿ ਮਰਨ ਤੋਂ ਬਾਅਦ ਤੈਨੂੰ ਆਹ ਮਿਲੇਗਾ, ਮਰਨ ਤੋਂ ਬਾਅਦ ਤੈਨੂੰ ਉਹ ਹੋਏਗਾ। ਇਹ ਉਹਨਾਂ ਲੋਕਾਂ ਦੀ ਗੱਲ ਕਰਦੇ ਪਏ ਨੇ, ਕਿਉਂਕਿ ਮੁਸਲਮਾਨਾਂ ਵਿੱਚ ਇਹ ਗੱਲ ਕਹੀ ਜਾਂਦੀ ਕਿ ਮਰਨ ਤੋਂ ਬਾਅਦ ਤੁਹਾਨੂੰ ਜੰਨਤ ਮਿਲੇਗੀ, ਸਾਡੇ ਨਾਲ ਚੱਲੋ, ਤੇ ਬਾਣੀ ਇਹ ਗੱਲ ਨੂੰ ਮੰਨਦੀ ਨਹੀਂ। ਬਾਬਾ ਫਰੀਦ ਜੀ ਕਹਿੰਦੇ ਫਿਰ ਉਹ ਗਏ ਕਿੱਥੇ? ਕਹਿੰਦੇ ਵੇਖ ਉਹ ਤੇ ਆਪ ਲਾਂਭੇ ਸਹਿੰਦੇ ਪਏ ਨੇ, ਉਹ ਤੇ ਆਪ ਉੱਥੇ ਭਟਕਦੀਆਂ ਰੂਹਾਂ ਉਹਨਾਂ ਦੀਆਂ ਕਿਤੇ ਨਹੀਂ ਗਏ, ਕਹਿੰਦੇ ਉਹ ਤੇ ਕਬਰਾਂ 'ਚ ਪਏ ਗਲਦੇ ਪਏ ਨੇ। ਭਾਵ ਸਾਨੂੰ ਸਮਝਾਇਆ ਕਿ ਠੇਕੇਦਾਰੀ ਨਾ ਕਰੋ, ਨਾਮ ਜਪਣਾ ਹੈ, ਸਿਮਰਨ ਕਰਨਾ ਹੈ, ਉਸ ਪਰਮਾਤਮਾ ਨਾਲ ਜੁੜਨਾ ਹੈ। ਤਾਂ ਉੱਥੇ ਅੱਜ ਦੀ ਗੱਲ ਕਰਦੇ, ਆਜ ਮਿਲਾਵਾ, ਕਿਉਂਕਿ ਗੱਲ ਸ਼ੁਰੂ ਕੀਤੀ ਹੈ ਬਾਬਾ ਫਰੀਦ ਨੇ, ਆਜ ਮਿਲਾਵਾ ਸ਼ੇਖ ਫਰੀਦਾ, ਅੱਜ ਹੀ ਤੇਰਾ ਮਿਲਾਵਾ ਹੋ ਸਕਦਾ ਹੈ। ਭਾਵ ਜੱਜੇ ਥੱਲੇ ਔਂਕੜ ਪਾਇਆ ਮਹਾਰਾਜ ਨੇ, ਇਸੇ ਕਰਕੇ ਇਹ ਮਨੁੱਖਾ ਜਨਮ, ਅੱਜ ਤੋਂ ਭਾਵ ਹੈ ਇਹ ਮਨੁੱਖਾ ਜਨਮ। ਤੇ ਕੀ ਕਰਨਾ ਕਰ? ਟਾਕ ਕੁੰਜੜੀਆਂ ਮਨੋ ਮਚਿੰਦੜੀਆਂ, ਇਹ ਜਿਹੜੀਆਂ ਮਨ ਦੇ ਪਿੱਛੇ ਲੱਗੀਆਂ ਭਟਕੀਆਂ ਹੋਈਆਂ ਤੇਰੀਆਂ ਗਿਆਨ ਇੰਦਰੀਆਂ ਨੇ ਨਾ, ਇਹਨਾਂ ਨੂੰ ਰੋਕ ਕੇ ਰੱਖ, ਤੇਰਾ ਅੱਜ ਹੀ ਮਿਲਾਵਾ ਹੋ ਸਕਦਾ ਹੈ, ਮਰਨ ਤੋਂ ਬਾਅਦ ਦੀ ਨਹੀਂ ਗੱਲ ਕਰਦੇ। मेरे राम हम बारक हर प्रभ के हैं ए आणे, हम बारक हर प्रभ के हैं ए आणे।